स्वागत मैं हरजिंदर सिंह रंधावा, तुम देख रहे हो पंजाब टैलीविजन और मेरे नाल ने सरदार नरिंदरपाल सिंह। सरदार साहब, किसानां ते केंद्र च गलबात अगले पड़ाव वल वध रही जी, लेकिन सब तो ज्यादा जिहड़ी अटपटी गल लगी कि राजनाथ सिंह दा उहदे विच हाਜ਼ਰ ना होना। जी। राजनाथ सिंह खेती नाल जुड़े आ और हाँ। किसी समय किसानां दी गल करते रहे। उस तो अगे जिहड़ी एक बाहर निकल के आ रही गल, जदों तक कि असीं प्रोग्राम कर रहे हैं, लगभग 2 घंटे तो ज्यादा समा गलबात दा हो जी, चुकिया जी। कि पीयूष गोयल वालों यह प्रस्ताव पेश किया गया कि माहिरां दी खेती माहिरां दी कमेटी बना लीए जी। ते 4-5 मैंबर किसानां दे आ जाण। बिल्कुल। लेकिन ये प्रपोजल ये प्रस्ताव किसान ठुकरा चुके। जी, थोड़ा जिहा अगे तुरदे आ ते अगली गल, केजरीवाल जिहड़े लगातार किसानी बिल्लां दा और किसानां दे हक च आ रहे सी, जी। किसानी बिल्लां दा विरोध करके किसानी हक च गल कर रहे सी, उन्हां दा दोगलापन एक नोटिफिकेशन नाल नंगा होया जी। ਜਿਹਦੇ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਰਿਐਕਟ ਕੀਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਬੜੇ ਭੜਕੇ ਨੇ ਜੀ। ਕਿ ਚਿਹਰਾ ਇੱਕ ਰੱਖੋ। ਜੇ ਇਸ ਤੋਂ ਅੱਗੇ ਆਉਂਦੇ ਆ ਤੇ ਭਾਜਪਾ ਹਰਿਆਣੇ 'ਚ ਫਸਦੀ ਨਜ਼ਰ ਆ ਰਹੀ ਜੀ। ਹੈ। ਉੱਥੇ ਉਹਨਾਂ ਦਾ ਜਿਹੜਾ ਉਹ ਚਟਾਲਿਆਂ ਵਾਲਾ ਪਰਿਵਾਰ ਆ, ਜੇਜੇਪੀ ਵਾਲਾ, ਬਿਲਕੁਲ ਉਹ ਵੀ ਵਿੰਗਾ ਹੁੰਦਾ ਫਿਰਦਾ। ਵਿੰਗਾ ਹੁੰਦਾ ਫਿਰ ਔਰ ਜੇ ਉਸ ਤੋਂ ਅੱਗੇ ਆਈਏ ਤੇ ਚੰਡੀਗੜ੍ਹ ਦੇ ਵਿੱਚ ਪੰਜਾਬ ਭਾਜਪਾ ਦੀ ਜਿਹੜੀ ਮੀਟਿੰਗ ਹੈ, ਮੰਥਨ ਮੈਰਾਥਨ ਮੰਥਨ ਚੱਲ 3 ਦਿਨ ਚੱਲਣੀ ਹੈ। ਔਰ ਜੇ ਥੋੜਾ ਜਿਹਾ ਹੋਰ ਅੱਗੇ ਆ ਜਾਈਏ ਜੀ। ਤੇ ਜਸਟਿਨ ਟਰੂਡੋ ਜਦੋਂ ਪੰਜਾਬੀਆਂ ਨਾਲ ਸਿੱਖਾਂ ਨਾਲ ਹਮਦਰਦੀ ਪ੍ਰਗਟਾਉਂਦੇ ਆ ਜੀ। ਤੇ ਕੇਂਦਰ ਵੱਲੋਂ ਜਿਹੜਾ ਬੁਲਾਰਾ ਵਿਦੇਸ਼ ਮੰਤਰਾਲੇ ਦਾ, ਉਹਨੇ ਜਰਾ ਚੰਗੀ ਕਲਾਸ ਲਈ। ਜੀ। ਹੁਣ ਦੇਖਣ ਵਾਲੀ ਗੱਲ ਆ ਕਿ ਅਜੇ ਜਿਹਨੇ ਰਾਸ਼ਟਰਪਤੀ ਭਵਨ ਚ ਪੁੱਜਣਾ ਹੈ ਅਮਰੀਕਾ ਦੇ ਵਿੱਚ, ਜੋ ਬਾਈਡਨ, ਜੀ। ਉਹ ਔਰ ਉਹਨਾਂ ਦੀ ਜਿਹੜੀ ਸਹਿਯੋਗੀ ਹੈ ਹਾਂ। ਉਪ ਰਾਸ਼ਟਰਪਤੀ ਬਣਨ ਵਾਲੀ ਕਮਲਾ ਹੈਰਿਸ, ਦੋਵਾਂ ਨੇ ਅਜੇ ਸਹੁੰ ਚੁੱਕਣੀ ਆ, ਕੰਮਕਾਜ ਸੰਭਾਲਣਾ ਜੀ। ਹੈ। ਉਹਨਾਂ ਦੋਨਾਂ ਨੇ ਗੁਰਪੁਰਬ ਮੌਕੇ ਸਿੱਖਾਂ ਨੂੰ ਰੈਕਗਨਾਈਜ਼ ਕੀਤਾ, ਜੀ। ਵਧਾਈ ਦਿੱਤੀ ਹੈ। ਇਹ ਵੱਡੀ ਗੱਲ ਆ ਔਰ ਇਹਦੇ ਚ ਸੰਤ ਸਿੰਘ ਛਤਵਾਲ ਦਾ ਇੱਕ ਵੱਡਾ ਰੋਲ ਮੰਨਿਆ ਗਿਆ। ਇੱਕ ਸਟੇਟਮੈਂਟ ਜਾਰੀ ਹੋਈ ਹੈ, ਉਹਨਾਂ ਨੇ ਸਾਡੇ ਨਾਲ ਪ੍ਰੋਮਿਸ ਵੀ ਕੀਤਾ ਸੀ ਕਿ ਉਹ ਦਰਬਾਰ ਸਾਹਿਬ ਲੈ ਕੇ ਆਉਣਗੇ ਜੀ। ਰਾਸ਼ਟਰਪਤੀ। ਔਰ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਖਬਰ ਹੈ ਕਿ ਉਹ ਜੋ ਗੱਲਬਾਤ ਚੱਲ ਰਹੀ ਹੈ ਉਹ ਵਿੱਚ ਫਸੀ ਹੋਈ ਹੈ, ਕਿਸੇ ਸਿੱਟੇ ਤੇ ਨਹੀਂ ਪਹੁੰਚ ਰਹੀ। ਲੇਕਿਨ ਸਰਦਾਰ ਸਾਹਿਬ, ਮੈਂ ਇਹ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਦੇਸ਼ ਦੇ ਇੱਕ ਵੱਡੇ ਜਰਨਲਿਸਟ ਨੇ, ਸ਼ੇਖਰ ਗੁਪਤਾ ਜੀ। ਸ਼ੇਖਰ ਗੁਪਤਾ, ਕਿ ਤੁਸੀਂ ਕਦੇ ਨਾ ਕਦੇ ਉਹਨਾਂ ਨੂੰ ਜ਼ਰੂਰ ਦੇਖਿਆ ਹੋਊਗਾ ਐਨਡੀਟੀਵੀ ਜਾਂ ਹੋਰ ਮੰਚਾਂ ਤੋਂ ਵਾਕ ਐਂਡ ਟਾਕ ਕਰਦੇ ਰਹੇ। ਜੀ। ਕੋਈ ਹਸਤੀ ਐਸੀ ਨਹੀਂ ਜਿਨ੍ਹਾਂ ਨਾਲ ਉਹਨਾਂ ਨੇ ਇੰਟਰਵਿਊ ਨਾ ਕੀਤਾ ਹੋਵੇ। ਉਹ ਇੱਕ ਵੱਡੇ ਲੇਖ ਦੇ ਵਿੱਚ, ਉਹ ਹਿੰਦੀ ਦੀ ਵੱਡੀ ਖਬਰ ਆ, ਉਹਦੇ ਚ ਲਿਖਦੇ ਆ ਕਿ ਮੋਦੀ शाह को पंजाब और वहां की राजनीति की समझ नहीं है। ਹਾਂ। ਇਹ ਦੇਖੋ, ਕੋਈ ਸਿੱਖ ਗੱਲ ਕਰੇ, ਪੰਜਾਬੀ ਗੱਲ ਕਰੇ, ਗੱਲ ਬਿਲਕੁਲ। ਵੱਖਰੀ, ਲੇਕਿਨ ਇੱਕ ਬਾਹਰੀ ਬੰਦਾ ਜਿਹੜਾ ਇਸ ਖਿੱਤੇ ਨੂੰ ਸਮਝ ਰਿਹਾ, ਔਰ ਉਹ ਜੇ ਮੈਂ ਥੋੜਾ ਜਿਹਾ ਹਿੰਦੀ ਪੰਜਾਬੀ ਮਿਕਸ ਕਰਕੇ ਤੁਹਾਨੂੰ ਇਹ ਦੱਸਦਾ ਹਾਂ, ਵੈਸੇ ਤਾਂ ਉਹ ਲਿਖਦੇ ਆ ਕਿ ਸਿੱਖਾਂ ਨੂੰ ਗਹਿ ਗੱਚ ਲੜਾਈ पसंद आ। निठवी लड़ाई जड़ी है। हिंदी जो लिखते हैं कि सिखों को अच्छी लड़ाई बहुत पसंद है जी। और मोदी सरकार ने उन्हें ये दे दिया है। हाँ, मोदी सरकार ने लड़ाई दी भी, हाँ ये लड़ाई लड़ो तुम। ये नहीं चलेगा, पंजाबियों के साथ आपको तर्क के साथ पेश आना होगा। जी। ठीक है जी। वे उद्यमी होते हैं, उन्हें इन सुधारों में तार्किकता नजर आ सकती है, लेकिन अगर आप उनके गले पर सवार होकर उनसे बात करोगे तो फिर आप उनसे बैरिकेडों पर ही मिलिए। जी। ਹੁਣ ਜੇ ਇਹਨੂੰ ਤੁਸੀਂ ਪੰਜਾਬੀ 'ਚ ਸਮਝਦੇ ਹੋ ਜੀ। ਕਿ ਜਿਹੜੀ ਲੜਾਈ ਤੁਸੀਂ ਗੱਲ ਪਾਤੀ, ਜੇ ਹਾਂ। ਮੁਹੱਬਤ ਨਾਲ ਸਮਝਾਉਂਦੇ ਤੇ ਗੱਲ ਬਣਦੀ ਸੀ, ਬਿਲਕੁਲ ਠੀਕ ਤੇ ਹੈ। ਜੇ ਉਹਨਾਂ ਦੀ ਹਿੱਕ ਤੇ ਚੜੋਗੇ, ਕਹੋਗੇ ਅਸੀਂ ਨਹੀਂ ਮੰਨਦੇ, ਜੀ। ਤੇ ਫਿਰ ਉਹਨਾਂ ਨੂੰ ਬੈਰੀਕੇਡਾਂ फिर ਦੇ सीधा हिसाब है कि खून जिन्हां दा पानी नहीं हुंदा, ਜੀ। खौफ उन्हां दा हानी नहीं हुंदा। ਬਿਲਕੁਲ। ਸੋ ਇਸ ਵੇਲੇ ਸਭ ਤੋਂ ਵੱਡਾ ਸਵਾਲ ਆ ਕਿ ਜਿਹੜੀ ਗੱਲਬਾਤ ਹੋ ਰਹੀ ਆ ਕੇਂਦਰ ਔਰ ਕਿਸਾਨਾਂ ਦੇ ਦਰਮਿਆਨ, ਸਿਮਰਨਜੀਤ ਸਿੰਘ ਮਾਨ ਦੀ ਕੋਈ ਸਟੇਟਮੈਂਟ ਮੈਨੂੰ ਪਹਿਲੀ ਵਾਰੀ ਬੜੀ ਪਸੰਦ ਆਈ। ਜੀ। ਉਹ ਕਹਿੰਦੇ ਕਿ ਜਦੋਂ ਦੋ ਧਿਰਾਂ 'ਚ ਗੱਲ ਹੁੰਦੀ ਆ, ਏਜੰਡੇ ਤੇ ਹੁੰਦੀ ਆ, बिल्कुल ਏਜੰਡੇ ਤੈਅ ਹੁੰਦੇ ਆ, सही गल। ਬੰਦੇ ਤੈਅ ਹੁੰਦੇ ਆ। जी। ਔਰ ਜੇਕਰ ਬੰਦੇ ਵੀ ਮੀਟਿੰਗ ਤੋਂ ਪਹਿਲਾਂ ਤੈਅ ਨਹੀਂ ਸੀ ਕਿ ਅਮਿਤ ਸ਼ਾਹ ਨੇ ਆਉਣਾ ਹੈ, ਕਿ ਰਾਜਨਾਥ ਨੇ ਆਉਣਾ, ਕਿ ਪੀਯੂਸ਼ ਗੋਇਲ ਨੇ ਆਉਣਾ ਹੈ, ਕਿ ਖੇਤੀ ਮੰਤਰੀ ਨੇ ਆਉਣਾ ਹੈ, ਕਿ ਸੋਮ ਪ੍ਰਕਾਸ਼ ਨੇ ਆਉਣਾ ਹੈ, ਤਾਂ ਫਿਰ ਇਹ ਮੈਨੂੰ ਇੱਥੇ ਪਹਿਲੀ ਵਾਰੀ ਇੰਜ ਲੱਗਿਆ ਕਿ ਜਦੋਂ ਦੋ ਵੱਡੇ ਪੱਧਰ ਦੀਆਂ ਗੱਲਬਾਤ ਹੁੰਦੀਆਂ ਤੇ ਉਸ ਤੋਂ ਪਹਿਲਾਂ ਸਭ ਕੁਝ ਤੈਅ ਕਰ ਲਿਆ ਜਾਂਦਾ, ਜਿਹਨੂੰ ਮਿੰਟਸ ਕਹਿੰਦੇ ਆ, ਮਿੰਟਸ ਦੀ ਜਿਹਨੂੰ ਕਾਰਵਾਈ ਪ੍ਰੋਸੀਡਿੰਗ ਕਹਿੰਦੇ ਆ। ਸੋ ਉਹ ਇੱਥੇ ਮੈਨੂੰ ਕਮੀ ਲੱਗੀ ਆ ਕਿ ਐਵੇਂ ਧੀਰ ਤੋਕੇ ਜੇ ਮਾਰੀ ਜਾਓ, ਕਿਸਾਨੀ ਅੰਦੋਲਨ ਨੂੰ ਹੋਰ ਜ਼ਿਆਦਾ ਲੰਬਾ ਖਿੱਚਣ ਲਈ ਇਹਨੂੰ ਇਹਦੀ ਜਿਹੜੀ ਆਭਾ ਹੈ, ਇਹਦਾ ਜਿਹੜਾ ਤਿੱਖਾਪਣ ਹੈ, ਇਹਦਾ ਨਿਆਰਾਪਣ ਹੈ, ਉਹਨੂੰ ਢਾਹ ਲਾਉਣ ਲਈ ਇਹਨੂੰ ਲੰਬਾ ਖਿੱਚ ਦਿਓ। देखो, उन्होंने तुहानू ते की ढाल लाउणी, पहला उन्हां दी अपनी हालत देख लो जी। हालत जो खट्टर सरकार ने हालात बनाए
ਕਿਸ ਤਰ੍ਹਾਂ ਖੱਟਰ ਸਰਕਾਰ ਪਿਛਾਂਹ ਹਟੀ ਉਹ ਤੁਹਾਡੇ ਸਾਹਮਣੇ ਨੇ ਜੀ। ਅੱਜ ਹਾਲਾਤ ਇਹ ਆ ਵੀ ਖੱਟਰ ਸਾਹਿਬ ਦੇ ਆਪਣੇ ਭਾਈਵਾਲ ਜਿਹੜੇ ਜੇਜੇਪੀ ਵਾਲੇ ਨੇ ਉਹ ਕਹਿੰਦੇ ਨੇ ਕਿ ਜੇ ਇੱਧਰ ਨਹੀਂ ਹੋਣਾ ਤੇ ਫਿਰ ਸਾਡੇ ਵੀ ਹੱਥ ਜੋੜੇ ਹੋਏ ਜੇ। ਕਹਿੰਦੇ ਜੀ ਸਾਡੀ ਜ਼ਮੀਨ ਨਹੀਂ ਬਚਣੀ, ਤੁਹਾਡੀ ਤਾਂ ਹੈ ਹੀ ਨਹੀਂ। ਹਾਂ, ਦੂਸਰੀ ਗੱਲ ਜਿਹੜੀਆਂ ਖਾਪ ਪੰਚਾਇਤਾਂ ਨੇ ਹਰਿਆਣੇ ਦੇ ਵਿੱਚ, ਵੈਸੇ ਤੇ ਹਿੰਦੁਸਤਾਨ ਦੇ ਵਿੱਚ ਜਿਹੜਾ ਲੋਕਤੰਤਰ ਉਹ ਰਹਿ ਹੀ ਗਿਆ, ਸਿਰਫ ਵੋਟਾਂ ਰਹਿ ਗਈਆਂ ਜਾਤ ਆਧਾਰਿਤ, ਜਾਤ ਆਧਾਰਿਤ ਰਹਿ ਗਈਆਂ ਵੋਟਾਂ ਹੀ। ਲੇਕਿਨ ਉਹ 40 ਦੇ ਕਰੀਬ ਖਾਪ ਪੰਚਾਇਤਾਂ ਨੇ ਜਿਹੜੀਆਂ ਕਿਸਾਨ ਮੋਰਚੇ ਦੇ ਨਾਲ ਖਲੋ ਗਈਆਂ ਨੇ, ਜਿਹੜੀਆਂ ਕਹਿੰਦੀਆਂ ਕਿ ਇਹ ਫਿਰ ਢਾਹ ਲਾਂਗੇ ਬਿਲਕੁਲ ਜਿਹੜੀਆਂ ਖੱਟਰ ਸਰਕਾਰ ਨੂੰ। ਜੀ, ਜਿਹੜੀਆਂ ਖਾਪ ਪੰਚਾਇਤਾਂ ਨੇ ਇਹ ਕਿਸੇ ਸਰਕਾਰ ਨੂੰ ਡੇਗਣ ਦਾ ਦਮਖਮ ਰੱਖਦੀਆਂ ਨੇ। ਅੱਛਾ, ਮੈਂ ਦੋਸਤੋ ਹੋਰ ਅੱਗੇ ਵਧਣ ਤੋਂ ਪਹਿਲਾਂ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਲਾਂ। ਇਹ ANI ਵੱਲੋਂ ਅਧਿਕਾਰਤ ਜਾਣਕਾਰੀ ਸੀ ਕਿ ਜਿਹੜੀ ਇਹ ਕਿਸਾਨਾਂ ਨਾਲ 3 ਵਜੇ ਦੀ ਨਿਰਧਾਰਤ ਮੀਟਿੰਗ ਸੀ, ਅਧਿਕਾਰਤ ਮੀਟਿੰਗ ਸੀ। ਇਸ ਤੋਂ ਪਹਿਲਾਂ ਅਮਿਤ ਸ਼ਾਹ, ਰਾਜਨਾਥ ਸਿੰਘ ਔਰ JP ਨੱਡਾ, ਪਿਊਸ਼ ਗੋਇਲ ਔਰ ਇਸ ਤਰ੍ਹਾਂ ਨਰਿੰਦਰ ਤੋਮਰ, ਇਹ ਲੋਕ ਇੱਕ ਲੰਬੀ ਮੀਟਿੰਗ 'ਚ ਵਿਅਸਤ ਰਹੇ ਔਰ ਸਾਰੇ ਬਦਲ ਦੇਖੇ ਗਏ। ਔਰ ਜਿਹੜੀ ਗੱਲ ਆਲਰੇਡੀ ਇਹ ਮੰਨੀ ਜਾ ਰਹੀ ਸੀ ਕਿ ਰਾਜਨਾਥ ਸਿੰਘ ਜਾਂ ਅਮਿਤ ਸ਼ਾਹ ਇਸ ਮੀਟਿੰਗ ਕਿਸਾਨਾਂ ਦੀ ਮੀਟਿੰਗ ਸੋਈ ਹੋਈ ਆ ਰਹੀ ਸੀ ਕਿ ਰਾਜਨਾਥ ਦੀ ਅਗਵਾਈ ਦੇ ਵਿੱਚ ਸਾਰਾ ਕੁਝ ਹੋਏਗਾ ਜੀ। ਲੇਕਿਨ ਜਦੋਂ ਉਸ ਗੱਲਬਾਤ ਤੋਂ ਬਾਅਦ ਜਿਹੜੇ ਲੋਕ ਭੇਜੇ ਗਏ ਉਹਨਾਂ ਦੇ ਵਿੱਚ ਨਰਿੰਦਰ ਤੋਮਰ ਸੀਗੇ, ਪਿਊਸ਼ ਗੋਇਲ ਸੀ, ਸੋਮਨਾਥ ਸੀ ਜਿਹੜੇ ਪੰਜਾਬ ਦੇ ਸਾਂਸਦ ਵੀ ਨੇ ਔਰ ਉੱਥੇ ਰਾਜ ਮੰਤਰੀ ਵੀ ਨੇ। ਜਦੋਂ ਇਹਨਾਂ ਨੂੰ ਭੇਜਿਆ ਗਿਆ ਤੇ ਮੈਨੂੰ ਇੰਜ ਲੱਗਦਾ ਹੈ ਕਿ ਕੇਂਦਰ ਸਰਕਾਰ ਇਹਨੂੰ ਕਈ ਪੜਾਵਾਂ 'ਚ ਲੈ ਕੇ ਜਾਣਾ ਚਾਹੁੰਦੀ ਕਿ ਪਹਿਲਾਂ ਕਿਸਾਨਾਂ ਦੇ ਮਨ ਟੋਲੋ, ਪਹਿਲਾਂ ਇਹਨਾਂ ਦੀਆਂ ਬੋਲੀਆਂ ਵੇਖ ਲਓ ਕੀ ਬੋਲਦੇ ਆ, ਤੇ ਇਸ ਤੋਂ ਬਾਅਦ ਅਗਲੀ ਮੀਟਿੰਗ 'ਚ ਰਾਜਨਾਥ ਸਿੰਘ ਨੂੰ ਭੇਜਿਆ ਜਾ ਸਕਦਾ। ਅਜੇ ਤੱਕ ਮੇਰਾ ਖਿਆਲ ਉਹ ਇਹ ਫੈਸਲਾ ਹੀ ਨਹੀਂ ਕਰ ਸਕੇ, ਕਿਉਂਕਿ ਜੇ ਤੇ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੱਲ ਦਾ ਭਾਸ਼ਣ ਜੇ ਦੇਖਦੇ ਹੋ ਜੀ, ਫਿਰ ਤੇ ਸਕੋਰੀ ਨਾ ਆ ਕਿ ਅਸੀਂ ਮੈਂ ਨਾ ਮਾਨੂੰ ਜੀ। ਜੇ ਅਮਿਤ ਸ਼ਾਹ ਵੀ ਜਦੋਂ ਕਿਤੇ ਬੋਲਦੇ ਨੇ ਮੈਂ ਨਾ ਮਾਨੂੰ, ਲੇਕਿਨ ਇਹ ਮੇਰਾ ਖਿਆਲ ਜਿੱਦਾਂ ਕਹਿੰਦੇ ਨਾ ਉਹ ਖੂਨ ਚੈੱਕ ਕਰਨ ਵਾਲੀ ਗੱਲ ਹੁੰਦੀ, ਜੋਸ਼ ਚੈੱਕ ਕਰਨਾ ਕਿ ਪੜਾਦਰ ਪੜਾ ਗਾਂ ਵਧਾਈ ਜੋ, ਤੇ ਤਾਂ ਕਿ ਜਿਹੜਾ ਮਗਰ ਜੋਸ਼ ਆ ਉਹ ਕਿਸੇ ਤਰੀਕੇ ਨਾਲ ਠੰਡਾ ਹੋ ਜਾਵੇ। ਜਦੋਂ ਜੰਗਲ 'ਚ ਅੱਗ ਲੱਗਦੀ ਨਾ ਸਰਦਾਰ ਸਾਹਿਬ ਜੀ, ਜੰਗਲ ਦੀ ਅੱਗ ਜਦੋਂ ਬਹੁਤ ਛੋਟੀ ਜਗ੍ਹਾ ਤੋਂ ਸ਼ੁਰੂ ਹੁੰਦੀ ਜੀ, ਤੇ ਜਿਹੜੇ ਸਿਆਣੇ ਲੋਕ ਹੁੰਦੇ ਆ ਸੋਚਦੇ ਆ ਕਿ ਪਹਿਲਾਂ ਉਹ ਥੋੜੇ ਏਰੀਏ ਦੇ ਵਿੱਚ ਹੀ ਸ਼ਾਂਤੀ ਲੈ ਆਓ, ਉਹਨੂੰ ਬੁਝਾ ਲਓ। ਜੰਗਲ ਦੀ ਅੱਗ ਨੂੰ ਕੰਟਰੋਲ ਕਰਨਾ ਔਖਾ ਹੁੰਦਾ, ਭਾਵੇਂ ਕਿੰਨੇ ਹਿਊਮਨ ਰਿਸੋਰਸਸ ਹੋਣ। ਜੰਗਲ ਦੀ ਅੱਗ ਨੂੰ ਖਤਮ ਕਰਨ ਲਈ ਸਭ ਤੋਂ ਪਹਿਲਾਂ ਜਿਹੜੀਆਂ ਘਾਹ ਦੀਆਂ ਤਿਣਾਂ ਹੁੰਦੀਆਂ ਜੀ, ਉਹਨਾਂ ਤੇ ਪਾਣੀ ਪਾਇਆ ਜਾਂਦਾ, ਰੁੱਖਾਂ ਤੇ ਪਾਣੀ ਨਹੀਂ ਪਾਇਆ ਜਾਂਦਾ। ਔਰ ਇਹ ਜਿਹੜੀ ਇਸ ਵੇਲੇ ਸਥਿਤੀ ਬਣੀ ਆ, ਜੇਕਰ ਤੁਸੀਂ ਇਹ ਨਾਪ ਰਹੇ ਹੋ, ਜੇ ਤੁਸੀਂ ਮੀਟਰ ਲਾ ਕੇ ਚੈੱਕ ਕਰ ਰਹੇ ਹੋ ਕਿ ਕਿੰਨੇ ਕੁ ਜੋਗੇ ਆ, ਤੇ ਫਿਰ ਤੁਸੀਂ ਗਲਤੀ ਕਰ ਰਹੇ ਹੋ। ਫਿਰ ਗਲਤੀ ਕਰ ਰਹੇ ਤੁਸੀਂ ਲਗਾਤਾਰ ਜੇਤੂ ਰਸਤੇ ਸਵਾਰ ਹੋ ਕੇ ਜਿਹੜਾ ਅੱਗੇ ਵਧ ਰਹੇ ਸੀ। ਜੇਕਰ ਤੁਸੀਂ ਇਸ ਖਿੱਤੇ ਦੀ ਮਾਨਸਿਕਤਾ ਨੂੰ ਨਹੀਂ ਸਮਝਦੇ, ਪੰਜਾਬੀਅਤ ਨੂੰ ਨਹੀਂ ਸਮਝਦੇ, ਫਿਰ ਤੁਹਾਨੂੰ ਉਹਨਾਂ ਦੇ ਲੜਾਕੂਪਣ, ਨਿਆਰਾਪਣ ਦਾ ਵੀ ਪਤਾ ਨਹੀਂ। ਮੈਂ ਉਸੇ ਹੀ ਸ਼ੇਖਰ ਗੁਪਤਾ ਦੇ ਇਸ ਲੇਖ ਦੇ ਵਿੱਚ ਪੜ੍ਹਦਾ ਹਾਂ कि अटल बिहारी वाजपेयी और लाल कृष्ण अडवाणी के नेतृत्व वाली जोशीली भाजपा को समझ आ गया था कि पंजाब में भाजपा को मजबूत करने का उपाय क्या है। ਜਿਹੜੀ ਉਹ ਲੀਡਰਸ਼ਿਪ ਸੀ ਉਹਨਾਂ ਨੂੰ ਪਤਾ ਸੀ ਕਿ ਇੱਥੇ ਜਿਹੜੇ ਸਮੁਦਾਇ ਨੇ, ਇੱਥੇ ਜਿਹੜੀਆਂ ਕਮਿਊਨਿਟੀਆਂ ਨੇ, ਉਹਨਾਂ ਨੂੰ ਕਿਵੇਂ ਬੈਲੈਂਸ ਕਰਨਾ, ਕਿਵੇਂ ਇਕੱਠਿਆਂ ਜੋੜ ਕੇ ਰੱਖਣਾ। ਅੱਜ ਤੁਸੀਂ ਬਹੁਗਿਣਤੀ ਦੀ ਰਾਜਨੀਤੀ 'ਚ ਪੈ ਕੇ ਤੁਸੀਂ ਉਹਨਾਂ ਖਿੱਤਿਆਂ, ਜਿਹੜੇ ਖਿੱਤਿਆਂ 'ਚ ਉਬਾਲ ਜ਼ਿਆਦਾ ਆਉਂਦੇ ਆ, ਉਹਨਾਂ ਨੂੰ ਦਰਕਨਾਰ ਕਰ ਦਿਓਗੇ ਜਾਂ ਉਹਨਾਂ ਨੂੰ ਦਬਾਉਣ ਦੀ ਰਾਜਨੀਤੀ ਤੇ ਚੱਲੋਗੇ, ਫਿਰ ਤੁਹਾਨੂੰ ਉਹ ਸਰਕਾਰਾਂ ਚਲਾਉਣੀਆਂ ਉਨੀਆਂ ਆਸਾਨ ਨਹੀਂ ਹੋਣਗੀਆਂ ਜਿਹੜੀਆਂ ਬਹੁਮਤ ਦੇ ਦਮ ਤੇ ਨੇ, ਜਿਹੜੀਆਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਤਾਕਤ ਦੇ ਦਮ ਤੇ ਨੇ। ਉਹ ਤਾਕਤ ਉਹਨਾਂ ਲੋਕਾਂ ਦੀ ਹੈ ਜਿਹੜੀ ਕਦੇ ਵੀ ਵਾਪਸ ਹੋ ਜਾਂਦੀ। ਦੇਖੋ, ਤਾਕਤ ਦਾ ਤੇ ਤੁਸੀਂ ਅੰਦਾਜ਼ਾ ਇੱਥੋਂ ਲਾ ਲਓ ਨਾ ਜੀ ਕਿ ਜਿਹੜਾ ਸੂਬਾ ਸਭ ਤੋਂ ਜ਼ਿਆਦਾ ਜਿਹਨੂੰ ਇਹ ਨਿਸ਼ਾਨੇ ਤੇ ਲੈ ਰਹੇ ਨੇ ਕਿ ਇਹ ਪੰਜਾਬ ਦੀ ਲਹਿਰ, ਇਹ ਵੀ ਕਹਿ ਰਹੇ ਨੇ, ਉਸ ਪੰਜਾਬ ਦੀ ਭਾਜਪਾ ਜਿਹੜੀ ਆ ਅੱਜ 4-5 ਮਹੀਨੇ ਬਾਅਦ ਆਪਣਾ ਮੰਥਨ ਕਰ ਰਹੀ ਹੈ ਜੀ ਵੀ ਅਸੀਂ ਕਿੱਥੇ ਖੜੇ ਆ। ਜਿਸ ਸੂਬੇ ਨੇ ਦੇ ਕਿਸਾਨਾਂ ਨਾਲ ਤੁਸੀਂ ਜੰਗ ਲੜਨੀ ਹੈ, ਉੱਥੋਂ ਦੇ ਸਾਰੇ ਜਰਨੈਲ ਜਿਹੜੇ ਸਿਰ ਸੁੱਟ ਕੇ ਮਗਜ ਬੱਚੀ ਕਰ ਰਹੇ ਨੇ, ਤੇ ਜਿਨ੍ਹਾਂ ਦੇ ਜੇ ਇਹਨਾਂ ਨੂੰ ਨਹੀਂ ਪਤਾ ਲੱਗ ਸਕਿਆ ਜੇ ਕਿ ਪੰਜਾਬ ਦੇ ਸੁਭਾਅ ਦਾ, ਤੇ ਫਿਰ ਮਾਫ ਕਰਨਾ ਸਲਾਹਕਾਰ ਵੀ ਇੱਥੋਂ ਗਏ ਹੋਣਗੇ। ਦੇਖੋ ਸਰਦਾਰ ਜੀ, ਤੁਸੀਂ ਇਹਨੂੰ ਵੀ ਕਈ ਪੜਾਵਾਂ 'ਚ, ਕਈ ਹਿੱਸਿਆਂ 'ਚ, ਮਰਹਲਿਆਂ 'ਚ ਰੱਖ ਕੇ ਦੇਖ ਸਕਦੇ ਹੋ ਜੀ। ਜਦੋਂ RSS ਦਾ ਕਿਸਾਨ ਵਿੰਗ ਜੀ, ਉਹ ਤੁਹਾਨੂੰ ਇਹ ਕਹਿ ਰਿਹਾ ਕਿ ਉਹ ਖੁਸ਼ ਨਹੀਂ ਹੈ, ਉਹ ਕਿਸਾਨੀ ਅੰਦੋਲਨ ਨੂੰ ਸਪੋਰਟ ਕਰਦਾ ਹੈ, ਉਹ ਖੇਤੀ ਰਿਫਾਰਮਸ ਦੇ ਉਹਨਾਂ ਹੱਕ 'ਚ ਨਹੀਂਗਾ, ਤੁਸੀਂ ਸਹਿਮਤ ਹੋ? ਨਹੀਂ, ਮੈਂ ਕਹਿੰਦਾ ਕਿ ਇਹ ਮਰਹਲਿਆਂ 'ਚ ਲੜਾਈ ਲੜੀ ਜਾ ਰਹੀ ਹੈ। ਬਿਲਕੁਲ, ਇੱਕ ਲੜਾਈ ਕਿਸਾਨ ਲੜ ਰਿਹਾ, ਤਾਪਮਾਨ ਚੈੱਕ ਕੀਤਾ ਜਾ ਰਿਹਾ, ਹਾਂ, ਇੱਕ ਉਹਨਾਂ ਦੇ ਬਰਾਬਰ ਤੇ ਖੜੀਆਂ ਧਿਰਾਂ ਸਰਕਾਰ ਨਾਲ ਜਾਂ ਉਹਨਾਂ ਦੀਆਂ ਭਰਾਤਰੀ ਧਿਰਾਂ
ਜਿਹੜੀਆਂ ਉਹਨਾਂ ਨੂੰ ਉਹਨਾਂ ਦੀਆਂ ਸਿਸਟਰ ਕੰਸਰਨ ਨੇ ਜੀ। ਉਹ ਵੀ ਲੜ ਰਹੀਆਂ ਨੇ, ਉਹ ਵੀ ਦੇਖ ਰਹੀਆਂ ਨੇ ਕਿ ਜੇਕਰ ਗੱਲਬਾਤ ਦਾ ਚੈਨਲ ਰੱਖਣਾ ਹੈ ਤੇ ਹਮਦਰਦੀ ਨਾਲ ਰੱਖਿਆ ਜਾ ਸਕਦਾ। ਜੀ। ਇਸ ਤੋਂ ਪਹਿਲਾਂ ਕਿ ਗੱਲ ਸਰਕਾਰਾਂ ਦੇ ਹੱਥੋਂ ਨਿਕਲ ਜੇ ਤੇ ਫਿਰ ਹੋਰ ਧਿਰਾਂ ਵੱਲ ਜਾਵੇ। ਸਹੀ ਗੱਲ। ਸੱਚ ਹੈ, ਲੇਕਿਨ ਇਹਨੂੰ ਸਿਆਣਪ ਵੀ ਕਹਿੰਦੇ ਆ। ਇਹ ਤਾਂ ਹੀ ਕਹਿੰਦੇ ਹੁੰਦੇ ਸੀ ਨਾ ਕਿ ਜਿਹੜੀ ਬੀਜੇਪੀ ਦੇ ਪਿੱਛੇ ਥਿੰਕ ਟੈਂਕ ਆ, ਉਹਨਾਂ ਦਾ ਸਾਲਾਂ ਦਾ ਮੰਥਨ ਵੀ ਹੈ। ਮੈਂ ਇਹਦੇ ਨਾਲ ਸਹਿਮਤ ਨਹੀਂ ਹੈ ਕਿ ਜੇ ਥਿੰਕ ਟੈਂਕ ਵਾਕਿਆ ਹੀ ਅੱਜ ਸਹਿਮਤੀ ਦੇ ਰਿਹਾ, ਫਿਰ ਜਿਹੜੇ ਸ਼ੁੱਕਰਵਾਰ ਨੂੰ ਜਦੋਂ ਕਿਸਾਨ ਪਹਿਲੀ ਵਾਰੀ ਦਿੱਲੀ 'ਚ ਦਾਖਲ ਹੁੰਦੇ ਨੇ, ਉਸ ਵੇਲੇ ਜਿਹੜਾ 10,000 ਕਿਸਾਨਾਂ ਦੇ ਖਿਲਾਫ ਪਰਚੇ ਦਰਜ ਹੋਏ ਨੇ, FIR ਦਰਜ ਕੀਤੀ ਗਈ ਹੈ, ਉਹ ਕੀ ਭਾਵਨਾ ਰੱਖਦੀ ਹੈ? ਸਰਦਾਰ ਜੀ, ਤੁਸੀਂ ਤੇ ਮੈਂ ਬੈਠੇ ਆ, ਜ਼ਰੂਰੀ ਤਾਂ ਨਹੀਂ ਕਿ ਅਸੀਂ ਹਰ ਨੁਕਤੇ ਤੇ ਇੱਕੋ ਹੀ ਸੋਚ ਰੱਖਦੇ ਹੋਈਏ। ਹੋ ਅੱਛਾ। ਸਕਦਾ ਕਿਤੇ ਤੁਸੀਂ ਵੀ ਚੈੱਕ ਕਰ ਰਹੇ ਹੋ ਕਿ ਚੰਗਾ ਥੋੜੀ ਜੀ ਇਹਦੀ ਲਗਾਮ ਛੱਡ ਦਈਏ ਖੁੱਲੀ, ਜੀ। ਜਦੋਂ ਗਾਂ ਜਾਊ ਹਾਂ। ਡੁੱਬਣ ਲੱਗੂ ਫਿਰ ਕਵਾਂਗੇ। ਫਿਰ ਸਮਝੌਤਾ ਇਸੇ ਤਰ੍ਹਾਂ ਕਰਾਂਗੇ। ਮੇਰਾ ਕਹਿਣ ਦਾ ਮਤਲਬ ਹੈ ਕਿ ਜ਼ਰੂਰੀ ਨਹੀਂ, ਹੋ ਸਕਦਾ ਹੈ ਕਿ ਭਾਰਤ ਸਰਕਾਰ ਜਿਹੜੀ ਨਰਿੰਦਰ ਮੋਦੀ ਦੀ ਅਗਵਾਈ 'ਚ ਉਹਨਾਂ ਦੀ ਟੀਮ ਵੱਲੋਂ ਚਲਾਈ ਜਾ ਰਹੀ ਆ, ਜ਼ਰੂਰੀ ਨਹੀਂ ਕਿ ਉਹਨਾਂ ਦੇ ਪਿੱਛੇ ਬੈਠੀ ਜਥੇਬੰਦੀ ਸੋਚਦੀ ਹੋਵੇ ਕਿ ਅਸੀਂ ਹਰ ਮੁੱਦੇ ਤੇ ਇਹਨਾਂ ਨੂੰ ਅਗਵਾਈ ਦੇਣੀ ਹੈ। ਜੀ। ਦੇਖੋ, ਕਈ ਵਾਰੀ ਇੰਜ ਵੀ ਹੁੰਦਾ ਹੈ ਕਿ ਜਦੋਂ ਆਪ ਮੁਹਾਰਾਪਣ ਆਉਂਦਾ ਹੈ, ਜਦੋਂ ਤਾਕਤ ਦਾ ਕਿਸੇ ਵੇਲੇ ਗਰੂਰ ਹੁੰਦਾ ਹੈ, ਤੇ ਪਿੱਛੇ ਬੈਠਾ ਪਰਿਵਾਰ ਦਾ ਜੀਵ ਵੀ ਕਹਿੰਦਾ ਚੰਗਾ ਜਦੋਂ ਫਸ ਜਾਓ ਉਦੋਂ ਕੱਢ ਲਾਂਗੇ। ਜੀ। ਇਹ ਵੀ ਹੋ ਸਕਦਾ ਹੈ ਕਿ ਜਿਹੜੀ ਇਹ ਜਥੇਬੰਦੀ ਅੱਜ ਇਹ ਗੱਲ ਕਰ ਰਹੀ ਹੈ, ਹੋ ਸਕਦਾ ਉਹਨੂੰ ਇਸ ਲੜਾਈ ਦੀ ਅਹਿਮੀਅਤ ਪਤਾ ਲੱਗ ਗਈ ਹੋਵੇ। ਹੁਣ ਪਤਾ ਲੱਗੀ ਹੋਵੇ। ਉਹਨਾਂ ਨੂੰ ਪਤਾ ਲੱਗਿਆ ਹੋਵੇ ਕਿ ਜਿਹੜੀ ਸਰਕਾਰ ਬਣਾਉਣ ਲਈ ਉਹਨਾਂ ਨੇ ਦਹਾਕਿਆਂ ਦਾ ਟਰੈਵਲ ਕੀਤਾ ਹੈ, ਜੀ। ਵਿਚਾਰ ਦਾ ਜੀ, ਜੀ। ਪ੍ਰਵਾਹ ਜਿਹੜਾ ਸੀ, ਉਸ ਥਾਟ ਪ੍ਰੋਸੈਸ ਚੋਂ ਸੱਤਾ ਤਾਂ ਮਿਲ ਗਈ। ਜੀ। ਹੁਣ ਇਸ ਸੱਤਾ ਨੂੰ ਦੇਸ਼ ਦੇ ਉੱਤੇ ਫੈਲਾਉਣ ਲਈ ਜੋ ਢੰਗ ਤਰੀਕੇ ਅਪਣਾਏ ਸੀ, ਉਹਦੇ ਵਿੱਚ ਅੱਗੇ ਵੱਡੀ ਹਰਡਲ ਆ ਗਈ ਆ। ਇੱਕ ਸਟੈਪ ਨਾਲ ਪੂਰੇ ਦੇਸ਼ ਦੇ ਵਿੱਚ ਜਿਹੜਾ ਅਸੀਂ ਇੱਕ ਆਪਣਾ ਆਭਾ ਮੰਡਲ ਸਥਾਪਿਤ ਕਰ ਲਿਆ ਸੀ, ਜੀ। ਉਹਨੂੰ ਵੱਡੀ ਸੱਟ ਵੱਜ ਗਈ। ਇੱਕੋ ਵਾਰੀ ਚ ਕਿਸੇ ਬੰਦੇ ਦਾ ਬਹੁਤ ਵੱਡਾ ਕੱਦ ਜੀ। ਜਦੋਂ ਬਾਉਣਾ ਹੁੰਦਾ ਜੀ। ਹੈ, ਫਿਰ ਉਹ ਜਿਹੜੀ ਸਾਲਾਂ ਦੀ ਪਿੱਛੇ ਮਿਹਨਤ ਲੱਗੀ ਹੁੰਦੀ ਹੈ, ਉਹ ਵੀ ਚੁਗਣ ਲੱਗਦੀ ਹੈ। ਹਾਂ, ਤੁਸੀਂ ਹੁਣੇ ਗੱਲ ਕੀਤੀ ਸੀ ਕੇਜਰੀਵਾਲ ਦੇ ਦੋਗਲੇਪਨ ਦੀ, ਦੋਗਲੇ ਚਿਹਰੇ ਦੀ, ਕਿ ਇੱਕ ਪਾਸੇ ਕਿਸਾਨਾਂ ਦੇ ਹਮਾਇਤੀ, ਦੂਜੇ ਪਾਸੇ ਕਿਸਾਨੀ ਦੇ ਬਿੱਲ ਜਿਹੜੇ ਆ ਕਾਨੂੰਨ ਲਾਗੂ ਕਰ ਦਿੱਤੇ ਨੇ। ਇੱਕ ਅੱਜ ਟਵੀਟ ਇੱਕ ਹੋਰ ਸਾਹਮਣੇ ਆਇਆ ਕਿ 2011 ਦੇ ਵਿੱਚ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸੀ ਜੀ। ਉਹਨਾਂ ਨੇ ਉਸ ਵੇਲੇ ਕਿਸਾਨੀ ਸੁਧਾਰਾਂ ਬਾਰੇ ਕੁਝ ਨੁਕਤੇ ਜਿਹੜੇ ਸੀਗੇ ਉਹ ਡਾਕਟਰ ਮਨਮੋਹਨ ਸਿੰਘ ਹੋਰਾਂ ਨੂੰ ਮੰਗ ਪੱਤਰ ਰਾਹੀਂ ਦਿੱਤੇ ਸੀ। ਅਗਰ ਤੁਸੀਂ 2011 ਦੇ ਉਹਨਾਂ ਨੁਕਤਿਆਂ ਨੂੰ ਪੜ੍ਹਦੇ ਹੋ ਜੀ। ਤੇ ਉੱਥੇ ਉਹੀ ਮੰਗਾਂ ਨੇ ਜਿਹੜੀਆਂ ਅੱਜ ਕਿਸਾਨ ਜਿਹੜੇ ਆ ਆਪਣੀਆਂ ਮਨਾਉਣਾ ਚਾਹੁੰਦੇ ਨੇ। ਜੀ। ਆਖਰ 9 ਸਾਲ ਦੇ ਵਿੱਚ ਤੁਸੀਂ ਆਪਣਾ ਸੁਭਾਅ ਕਿੱਦਾਂ ਬਦਲ ਲਿਆ? ਜਾਂ ਉਸ ਵੇਲੇ ਇੱਕ ਸੂਬੇ ਦੀ ਜਿਹੜੀ ਸਿਆਸਤ ਸੀ, ਉਦੋਂ ਤੁਹਾਨੂੰ ਲੱਗਦਾ ਸੀ ਕਿ ਅਸੀਂ ਸਰਕਾਰ ਦੇ ਖਿਲਾਫ ਲੜ ਰਹੇ ਹਾਂ? ਸਰਦਾਰ ਜੀ, ਇਸ ਤੋਂ ਵੀ ਉਰੇ ਆ ਜਾਓ। ਮੈਂ ਇੱਕ ਵੀਡੀਓ ਕਲਿੱਪ ਦੇਖ ਰਿਹਾ ਜੀ। ਇੱਕ ਬੜੇ ਅੱਛੇ ਜਰਨਲਿਸਟ ਨੇ, ਉਹਨਾਂ ਨੇ ਇਹ ਕਲਿੱਪ ਰਾਜਨਾਥ ਸਿੰਘ ਦੀ ਛਾਇਆ ਕੀਤੀ। ਜੀ। 2013 ਦਾ ਮਾਜ਼ਰਾ ਹੈ। ਉਦੋਂ ਵੀ ਲੱਖੋਵਾਲ ਔਰ ਰਕੇਸ਼ ਟਕੈਤ ਦੀ ਅਗਵਾਈ 'ਚ ਲੋਕ ਬੈਠੇ ਸੀ ਜੰਤਰ ਮੰਤਰ ਤੇ। ਜੀ। ਔਰ ਉਦੋਂ ਰਾਜਨਾਥ ਸਿੰਘ ਉੱਥੇ ਬੋਲ ਰਹੇ ਆ ਕਿਸੇ ਜਗ੍ਹਾ ਤੇ ਕਿ ਮੈਨੂੰ ਪਤਾ ਨਹੀਂ ਸੀ ਕਿ ਕਿਸਾਨ ਇੱਥੇ ਬੈਠੇ ਆ, ਬਿਲਕੁਲ। ਨਹੀਂ ਤੇ ਮੈਂ ਪਹਿਲੇ ਦਿਨ ਹੀ ਆ ਕੇ ਬਹਿ ਜਾਂਦਾ। ਜੀ। ਕਹਿੰਦੇ ਮੈਨੂੰ ਬੜੀ ਹੈਰਾਨੀ ਹੈ। ਉਦੋਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ 13 ਚ, ਜੀ, ਜੀ। 14 ਚ ਮੋਦੀ ਆਉਂਦੇ। ਉਹ ਕਹਿ ਰਹੇ ਸੀਗੇ ਕਿ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਪਹਿਲੇ ਦਿਨ ਹੀ ਆ ਜਾਂਦਾ। ਅੱਛਾ। ਅਸੀਂ ਕਿਸਾਨ ਆ, ਕਹਿੰਦੇ ਜੀ ਮੈਂ ਬਾਕੀ ਸਭ ਕੁਝ ਛੱਡ ਦੇਣਾ, ਜੀ। ਜਿੱਥੇ ਕਿਸਾਨ ਦਾ ਦੁੱਖ ਹੋਵੇ ਦੁਨੀਆ ਦੇ ਦੇਸ਼ ਦੇ ਕਿਸੇ ਵੀ ਹਿੱਸੇ 'ਚ ਮੈਂ ਪਹੁੰਚਦਾ। ਜੀ। ਕਹਿੰਦੇ ਜੀ ਏਜੰਸੀਆਂ ਇੰਨੀਆਂ ਨੇ ਸਰਕਾਰ ਕੋਲ, ਕੀ ਪ੍ਰਧਾਨ ਮੰਤਰੀ ਨੂੰ ਪਤਾ ਨਹੀਂ ਲੱਗਿਆ ਕਿ ਮੇਰੇ ਦੇਸ਼ ਦਾ ਕਿਸਾਨ ਕਿੰਨਾ ਦੁਖੀ ਜੀ। ਹੈ? ਜੰਤਰ ਮੰਤਰ ਤੇ ਬੈਠਾ ਹੈ, ਜੀ। ਕੀ ਇਹ ਪਾਰਟੀ ਨੂੰ ਨਹੀਂ ਪਤਾ ਲੱਗਿਆ? ਸੋ ਉਹ ਜਿਹੜੀ ਭਾਵੁਕ ਸਪੀਚ ਕਰ ਰਿਹਾ, ਹਾਂ। ਮੈਨੂੰ ਅੱਜ ਇਹ ਸਮਝ ਨਹੀਂ ਆ ਰਹੀ ਕਿ ਰਾਜਨਾਥ ਸਿੰਘ ਨੂੰ ਇਹ ਨਹੀਂ ਪਤਾ ਲੱਗਿਆ ਕਿ 3 ਦਿਨ ਉਹਨਾਂ ਦੇ ਸਰਕਾਰ ਵਾਲੇ ਪ੍ਰਦੇਸ਼ ਦੇ ਵਿੱਚ ਕਿਸਾਨਾਂ ਨੂੰ ਸਰਦੀ ਦੇ ਵਿੱਚ ਤੁਸੀਂ ਜਿਸ ਤਰੀਕੇ ਨਾਲ ਪਾਣੀ ਅੱਗੇ ਰੱਖਿਆ, ਬਿਲਕੁਲ। ਜਿੱਦਾਂ ਕਹਿੰਦੇ ਆ ਸਰਦੀਆਂ ਦੇ ਵਿੱਚ ਬੁਖਾਰ ਵੀ ਬੜੀ ਤਰ੍ਹਾਂ ਦੇ ਚੜ੍ਹਦੇ ਸਹੀ ਗੱਲ ਆ, ਆ। ਔਰ ਇਹ ਪਾਣੀ ਇੰਨੇ ਸਾਫ਼ ਵੀ ਨਹੀਂ ਹੁੰਦੇ। ਜੋ ਕੁਝ ਕਿਸਾਨਾਂ ਨੇ ਝੇਲਿਆ, ਇਹ ਉਹਨਾਂ ਦਾ ਹਾਠੀ ਨਹੀਂਗਾ, ਉਹਨਾਂ ਦੀ ਤਪੱਸਿਆ ਹੈ। ਇਹ ਉਹ ਲੋਕ ਨੇ ਜਿਹੜੇ ਹਉ ਪਰੇ ਕਰ ਦਿੰਦੇ ਆ, ਜਿਹੜੇ ਖੁੰਡਾਂ ਤੇ ਬੈਠੇ, ਜਿਹੜੇ ਸੱਥਾਂ 'ਚ ਬੈਠੇ ਕਹਿੰਦੇ ਚਲੋ ਦਫਾ ਹੋਣ ਦੋ, ਅਸੀਂ ਕੀ ਲੈਣਾ, ਜੀ। ਜਿਹੜੇ ਐਵੇਂ ਚੁਟਕੀ ਨਾਲ ਸਿਆਸਤਾਂ ਨੂੰ ਪਾਸੇ ਕਰ ਦਿੰਦੇ ਆ। ਸਹੀ। ਉਹ ਲੋਕ ਜਦੋਂ ਤੁਰੇ ਨੇ, ਨਾ ਉਹਨਾਂ ਦੇ ਕੋਈ ਅੱਗੇ ਆ ਨਾ ਉਹਨਾਂ ਦੇ ਪਿੱਛੇ ਆ, ਉਹਨਾਂ ਦੇ ਅੰਦਰ ਬਲਦੀ ਮਸ਼ਾਲ ਆ। ਅੱਜ ਤੱਕ- ਉਹ ਮਸ਼ਾਲ ਨੂੰ ਜੀ। ਤੁਸੀਂ ਪਾਣੀ ਨਾਲ, ਹਵਾਵਾਂ ਨਾਲ, ਸੱਤਾਂ ਨਾਲ ਡੱਕ ਨਹੀਂ ਸਕੇ। ਅੱਜ ਤੁਸੀਂ ਕਈ ਦਿਨ ਬੀਤਣ ਬਾਅਦ ਉਹਨਾਂ ਨਾਲ ਬੈਠੇ ਹੋ, ਬੈਠੇ ਵੀ ਅਧੂਰੇ ਹੋ। ਤੁਹਾਨੂੰ ਲੱਗਦਾ ਹੈ ਕਿ ਕਿਸੇ ਲੋਲੀਪੌਪ ਨਾਲ ਮੰਨ ਜਾਣਗੇ? ਮੈਨੂੰ ਤਾਂ ਔਖਾ ਲੱਗਦਾ। ਦੇਖੋ, ਕਾਰਨ ਤੇ ਫਿਰ ਉੱਥੇ ਆ ਗਿਆ ਕਿ 2011 ਦਾ
ਤੁਹਾਨੂੰ ਆਪਣਾ ਜਿਹੜਾ ਡਾਕੂਮੈਂਟ ਸੀ, ਦਸਤਾਵੇਜ਼ ਸੀ, ਉਹ ਯਾਦ ਨਹੀਂ ਹੈ। ਜੀ 2013 ਦਾ ਤੁਹਾਡਾ ਆਪਣਾ ਭਾਸ਼ਣ ਤੁਹਾਨੂੰ ਯਾਦ ਨਹੀਂ ਹੈ ਜੀ ਕਿ ਅਸੀਂ ਉਦੋਂ ਸਰਕਾਰ ਕੋਲੋਂ ਕੀ ਚਾਹਿਆ ਸੀ, ਜੀ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਕੋਲੋਂ ਕੀ ਆਸ ਕੀਤੀ ਸੀ, ਜਾਂ ਉਸ ਵੇਲੇ ਏਜੰਸੀਆਂ ਕੋਲ ਕੀ ਆਸ ਕੀਤੀ ਸੀ ਕਿ ਘੱਟੋ ਘੱਟ ਇਹ ਕਿਸਾਨ ਜਿਹੜਾ ਜ਼ਮੀਨ ਦੇ ਨਾਲ ਜੁੜਿਆ ਹੋਇਆ, ਇਹਦੀ ਗੱਲ ਜਿਹੜੀ ਪਹਿਲ ਦੇ ਆਧਾਰ ਤੇ ਸੁਣੀ ਜਾਵੇ। ਜੀ ਅੱਜ ਤੁਸੀਂ ਪਿਛਲੇ ਡੇਢ ਮਹੀਨੇ ਤੋਂ ਤੇ ਤੁਸੀਂ ਲਗਾਤਾਰ ਹੀ ਕਹਿ ਰਹੇ ਹੋ ਨਾ, ਜੀ। ਮੈਂ ਨਾ ਮੰਨੂ, ਬਸ ਤੁਸੀਂ ਇਹ ਕਹਿ ਰਹੇ ਹੋ। ਔਰ ਮਾਫ ਕਰਨਾ, ਅੱਜ ਰਾਜਨਾਥ ਸਿੰਘ ਜਿਹੜੇ ਨੇ ਉਹ ਇੱਕ ਜ਼ਿੰਮੇਵਾਰੀ ਅਹੁਦੇ ਤੇ ਬੈਠੇ ਹੋਏ ਨੇ। ਜੀ। ਜੇ ਅੱਜ ਵੀ ਉਹਨਾਂ ਨੂੰ ਨਹੀਂ ਸੁਣਿਆ ਜੀ। ਜਾਂ ਉਹਨਾਂ ਦੀ ਪਾਰਟੀ ਨੂੰ ਨਹੀਂ ਸੁਣ ਰਿਹਾ, ਤੇ ਫਿਰ ਉਹਨਾਂ ਨੂੰ 2013 ਵਾਲਾ ਭਾਸ਼ਣ ਆਪ ਦੁਬਾਰਾ ਸੁਣਨਾ ਚਾਹੀਦਾ। ਸਰਦਾਰ ਸਾਹਿਬ, ਇਹ ਤਾਂ ਹੋ ਸਕਦਾ ਜਦੋਂ ਤੱਕ ਅਸੀਂ ਇਹ ਸੈਗਮੈਂਟ ਨੂੰ ਔਨ 에ਅਰ ਕਰਦੇ ਆ ਉਦੋਂ ਤੱਕ ਹੋ ਸਕਦਾ ਜੀ। ਕਿਸਾਨ ਬਾਹਰ ਆ ਜਾਣ, ਆਪਣੀ ਪ੍ਰੈਸ ਕਾਨਫਰੰਸ ਵੀ ਕਰ ਲੈਣ, ਲੇਕਿਨ ਇਹ ਸੱਚ ਆ ਕਿ ਕਈ ਦੋਗਲੇ ਕਿਰਦਾਰ ਵੀ ਸਾਹਮਣੇ ਆਏ ਆ। ਬਿਲਕੁਲ। ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਇੱਕ ਵੀਡੀਓ ਜਾਰੀ ਕਰਦੇ ਆ, ਉਹ ਸਾਨੂੰ ਵੀ ਭੇਜਦੇ ਆ, ਜੀ। ਜਿਹਦੇ ਵਿੱਚ ਉਹ ਨੋਟੀਫਿਕੇਸ਼ਨ ਜਿਹੜਾ ਗਜਟ ਨੋਟੀਫਿਕੇਸ਼ਨ ਸੀ ਜੀ। ਉਹਨੂੰ ਹਾਂ। ਦਿਖਾ ਰਹੇ ਸੀ। ਜੀ, ਜੀ। ਔਰ ਉਹਦੇ ਵਿੱਚ ਸਾਫ਼ ਤੌਰ ਤੇ ਕੇਜਰੀਵਾਲ ਜਿਹੜਾ ਇਹ ਕਾਨੂੰਨ ਨੇ ਦਿੱਲੀ 'ਚ ਲਾਗੂ ਕਰਦੇ ਜੀ। ਨਜ਼ਰ ਆ ਰਹੇ ਆ। ਸੋ ਇਹ ਇੱਕ ਵੱਡੀ ਸਮੱਸਿਆ ਇਹਦੇ ਨਾਲ ਮੈਂ ਇੱਕ ਉਸੇ ਗੱਲ ਹੋਰ ਉਸੇ ਵੇਲੇ ਜੋੜਨ ਇੱਕ ਲੱਗਾ। ਸਿੰਪਲ ਗੱਲ, ਜੀ। ਉਸੇ ਵੇਲੇ ਹੀ ਭਗਵੰਤ ਮਾਨ ਚੰਡੀਗੜ੍ਹ ਦੇ ਆਪਣੇ ਮੇਨ ਆਫਿਸ ਤੋਂ ਇੱਕ ਵੱਡੀ ਸਟੇਟਮੈਂਟ ਜਾਰੀ ਕਰ ਰਿਹਾ ਕਿਸਾਨਾਂ ਦੇ ਹੱਕ 'ਚ, ਬਿੱਲਾਂ ਦੇ ਖਿਲਾਫ, ਲੇਕਿਨ ਸੇਮ ਸਮੇਂ ਤੇ ਉਹ ਨੋਟੀਫਿਕੇਸ਼ਨ ਬਾਹਰ ਆ ਰਿਹਾ ਜਿਹੜਾ ਕੇਜਰੀਵਾਲ ਗਵਰਨਮੈਂਟ ਨੇ ਕੀਤਾ। ਜੀ। ਮੈਨੂੰ ਲੱਗਦਾ ਹੈ ਕਿ ਇਹ ਬੜਾ ਵੱਡਾ ਪੰਜਾਬ ਦੇ ਆਪ ਆਗੂਆਂ ਨੂੰ, ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਬਹੁਤ ਵੱਡਾ ਇਹ ਸੈਟਬੈਕ ਹੈ। ਇਹ ਤੋਂ ਬਾਅਦ ਉਹਨਾਂ ਨੂੰ ਆਪਣਾ ਜਿਹੜਾ ਡਿਫੈਂਡ ਕਰਨਾ ਆਪਣਾ ਆਪ ਜੀ। ਬਹੁਤ ਟਫ ਹੋਣ ਵਾਲਾ ਹੈ, ਬਿਲਕੁਲ। ਬੜੀ ਮੁਸ਼ਕਲ ਆਉਣ ਵਾਲੀ ਹੈ। ਮੈਂ ਇਸੇ ਪਾਸੇ ਲਿਆ ਰਿਹਾ ਕਿ ਜਿਹੜੇ ਪੰਜਾਬ ਦੇ ਇੰਚਾਰਜ ਨੇ ਆਮ ਆਦਮੀ ਪਾਰਟੀ ਦੇ, ਸਾਹ ਜਰਨੈਲ ਸਿੰਘ, ਕੱਲ ਕੈਪਟਨ ਸਾਹਿਬ ਨੇ ਕਿਹਾ ਸੀਗਾ ਕਿ ਖੱਟੜ ਸਰਕਾਰ ਨੂੰ ਸੋਚ ਕੇ ਗਾਂਤ ਵਧਣਾ ਚਾਹੀਦਾ। ਲੇਕਿਨ ਅੱਜ ਜਰਨੈਲ ਸਿੰਘ ਹੋਰਾਂ ਦਾ ਬਿਆਨ ਹੈ ਕਿ ਕੈਪਟਨ ਸਾਹਿਬ ਖੱਟੜ ਤੇ ਹਮਲਾ ਨਾ ਕਰਨ, ਮੋਦੀ ਵੱਲ ਤਵੱਜੋ ਦੇ। ਜੀ। ਹੁਣ ਉੱਥੇ ਆ ਗਿਆ ਕਿ ਤੁਸੀਂ ਜੋ ਮੋਦੀ ਹੋਰਾਂ ਨੇ ਕਾਨੂੰਨ ਪਾਸ ਕੀਤਾ ਉਹਨੂੰ ਪ੍ਰਵਾਨ ਕਰ ਲਿਆ। ਪੰਜਾਬ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਲੜੋ, ਜੀ। ਆਪ ਅਸੀਂ ਵੱਲ ਬਿਲਕੁਲ ਠੀਕ ਠਾਕ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਐਡਵਾਈਜ਼ਰ ਜੀ। ਰਵੀਨ ਠੁਕਰਾਲ, ਉਹ ਜਿਹੜੀ ਕੇਜਰੀਵਾਲ ਦਾ ਇਹ ਐਕਟ ਆ ਉਹਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਵੱਡੀ ਸਟੇਟਮੈਂਟ ਜਾਰੀ ਕਰੇ। ਜੀ। ਸੋ ਜਿਹੜੀ ਇਸ ਲੜਾਈ ਆ, ਜਿਹੜੀ ਸਿਆਸੀ ਲੜਾਈ ਆ, ਕਿਸਾਨੀ ਮੂਵਮੈਂਟ ਦੇ ਸਮਾਨਾਂਤਰ ਇੱਕ ਸਿਆਸੀ ਲੜਾਈ ਵੀ ਚੱਲ ਰਹੀ ਹੈ। ਜੀ। ਇੱਥੇ ਆ ਕੇ ਅਕਾਲੀ ਦਲ ਦੀ ਖਾਮੋਸ਼ੀ ਥੋੜੀ ਅਖੜਦੀ ਹੈ। ਬਹੁਤੀਆਂ ਧਿਰਾਂ ਜਿਹੜੀਆਂ ਨੇ ਉਹ ਆਪਣੀ ਹਾਜ਼ਰੀ ਦਰਜ ਕਰਵਾਉਣ ਦੀ ਕੋਸ਼ਿਸ਼ ਵਿੱਚ ਨੇ, ਆਹਰ 'ਚ ਨੇ। ਸਹੀ ਗੱਲ। ਸਭ ਨੂੰ ਲੱਗਦਾ ਹੈ ਕਿ ਕਿਸਾਨੀ ਅੰਦੋਲਨ 'ਚ ਕਿਤੇ ਸਾਡੇ ਪੈਰ ਨਾ ਉਖੜ ਜਾਣ, ਜੀ। ਕਿਤੇ ਸਾਡੀ ਜ਼ਮੀਨ ਨਾ ਇਧਰ ਉਧਰ ਹੋ ਜੇ। ਜੀ। ਸੋ ਇਹ ਬੜਾ ਵੱਡਾ ਸਵਾਲ ਹੈ। ਅੱਜ ਇੱਕ ਹਿੰਦੀ ਅਖਬਾਰ ਨੇ ਕਾਰਟੂਨ ਬਣਾਇਆ, ਉਹਦੇ ਚੋਂ ਅਸੀਂ ਤੇ ਐਮਐਸਪੀ ਨੂੰ ਇਹ ਕਹਿੰਦੇ ਮੈਕਸਿਮਮ ਸਪੋਰਟ ਪ੍ਰਾਈਸ, ਲੇਕਿਨ ਉਹਨੇ ਇਹਦਾ ਇੱਕ ਤਨਜ਼ ਕੀਤਾ ਕਿ ਇਹ ਮੈਕਸਿਮਮ ਸਪੋਰਟ ਪ੍ਰਾਈਸ ਨਹੀਂ, ਮੈਕਸਿਮਮ ਸਪੋਰਟ ਪੋਲਿਟਿਕਸ। ਲੱਗਦਾ ਤਾਂ ਨਹੀਂ, ਵੀ ਸਿਆਸਤ ਨੂੰ ਕੀ ਲਾਭ ਮਿਲਦਾ ਹੈ। ਲੇਕਿਨ ਪਰ ਸਰਦਾਰ ਸਵਾਲ ਇਹ ਆ, ਜਿਹੜੇ- ਸਿਆਸਤ ਦਾ ਲਾਭ ਵੀ ਉਹੀ ਲਏਗਾ ਜਿਹੜਾ ਘੱਟੋ ਘੱਟ ਆਪ ਡੂੰਘੇ ਪਾਣੀਆਂ 'ਚ ਉਤਰੇਗਾ। ਜਿਹੜੇ ਸਿੰਗਰ ਨੇ ਉਹਨਾਂ ਨੇ ਵੀ ਭਾਣਾ ਮੰਨ ਲਿਆ, ਜੀ। ਜਿਹੜੇ ਗਾਉਣ ਵਾਲੇ ਨੇ, ਜਿਹੜੇ ਬਾਕੀ ਲੋਕ ਹੈ, ਉਹ ਵੀ ਹੁਣ ਕਿਸਾਨ ਜਥੇਬੰਦੀਆਂ ਦੇ ਮੇਨ ਮੰਚ ਦੀ ਬਜਾਏ ਇਧਰ ਉਧਰ ਲੋਕਾਂ ਨੂੰ ਜ਼ਰੂਰ ਐਂਟਰਟੇਨ ਕਰ ਰਹੇ ਆ। ਅੱਜ ਫਿਰ ਇੱਕ ਵਾਰੀ ਕੰਵਰ ਗਰੇਵਾਲ, ਹਰਭਜਨ ਮਾਨ ਔਰ ਉਹ ਸਾਰੇ ਲੋਕ ਉੱਥੇ ਪਹੁੰਚੇ ਆ। ਖੂਬਸੂਰਤੀ ਇਸ ਗੱਲ ਦੀ ਹੈ ਕਿ ਜਦੋਂ ਇਹ ਲੋਕ ਬੋਲਦੇ ਆ, ਇਹ ਆਪਣੇ ਜਿਹੜਾ ਉਹਨਾਂ ਦਾ profession ਹੈ, ਉਹਨਾਂ ਦਾ ਜਿਹੜਾ ਘੇਰਾ ਹੈ, ਪੇਸ਼ਾ ਜਿਹੜਾ ਉਹਨਾਂ ਦਾ ਘੇਰਾ ਹੈ, ਜੀ। ਜਿਹੜੀ ਉਹਨਾਂ ਦਾ ਜਨਰ, ਉਹਦੇ ਤੋਂ ਬਾਹਰ ਨਹੀਂ ਜਾਂਦੇ। ਜੀ। ਉਹ ਮਨੋਰੰਜਨ ਵੀ ਕਰ ਰਹੇ ਆ, ਲੋਕਾਂ ਨਾਲ ਆਪਣੀਆਂ ਭਾਵਨਾਵਾਂ ਵਿਅਕਤ ਕਰ ਰਹੇ ਆ। ਜੀ। ਇਹ ਜਿਹਨੂੰ ਕਹਿੰਦੇ ਆ ਬੂਸਟ ਕਰਨਾ, ਰੰਧਾਵਾ ਸਾਹਿਬ- ਮਨੋਬਲ ਤਗੜਾ ਕਰਨਾ, ਬਿਲਕੁਲ। ਔਰ ਇਹੀ ਉਹਨਾਂ ਦੀ ਡਿਊਟੀ ਹੈ। ਰੰਧਾਵਾ ਸਾਹਿਬ, ਜਦੋਂ ਤੁਸੀਂ ਕੋਈ ਜੰਗ ਲੜ ਰਹੇ ਹੋ, ਜਿਹੜੇ ਨੀਤੀ ਘਾੜੇ ਨੇ ਜੀ। ਉਹ ਤੇ ਬਹੁਤ ਥੋੜੇ ਹੁੰਦੇ ਨੇ, ਬਿਲਕੁਲ। ਲੇਕਿਨ ਜਿਹੜੇ ਬਾਕੀ ਉਹਨਾਂ ਨੀਤੀ ਘਾੜਿਆਂ ਦੇ ਮਗਰ ਤੁਰਨ ਵਾਲੇ ਹੁੰਦੇ ਨੇ, ਜੀ। ਉਹਨਾਂ ਦੇ ਲਈ ਇਹ ਇੱਕ ਰੁੱਖਾ ਵਿਸ਼ਾ ਹੁੰਦਾ, ਜੀ। ਜਿਨ੍ਹਾਂ ਨੂੰ ਪਤਾ ਨਹੀਂ ਪੂਰੀ ਤਰ੍ਹਾਂ। ਉਹਨਾਂ ਨੇ ਤੇ ਲੀਡਰ ਦੇ ਮਗਰ ਚੱਲਣਾ, ਜੀ। ਲੇਕਿਨ ਉਹਨਾਂ ਸਾਰਿਆਂ ਨੂੰ ਜਿਹੜੇ 10,000 50,000 ਦੀ ਲੱਖ ਦੀ ਗਿਣਤੀ 'ਚ ਬੈਠੇ ਨੇ, ਉਹਨਾਂ ਨੂੰ ਬਿਠਾਏ ਰੱਖਣ ਲਈ ਇਹ ਜਿਹੜੀ ਸਾਡੀ ਧਿਰ ਆ, ਮੈਂ ਲਫ਼ਜ਼ ਧਿਰ ਵਰਤ ਰਿਹਾ, ਚਾਹੇ ਕਲਾਕਾਰ ਨੇ, ਚਾਹੇ ਗੀਤਕਾਰ ਨੇ, ਗਾਇਕ ਨੇ, ਇਹ ਬੜਾ ਵੱਡਾ ਜਿਹੜੇ ਆਪਣੀ ਭੂਮਿਕਾ ਅਦਾ ਕਰ ਰਹੇ ਨੇ ਉੱਥੇ। ਦੇਖੋ, ਜਿਹੜੇ ਲੋਕ ਘਰਾਂ ਤੋਂ ਬਾਹਰ ਗਏ, ਬਿਲਕੁਲ, ਉਹਨਾਂ ਕੋਲ ਹੱਥਾਂ 'ਚ ਸਕਰੀਨ ਤਾਂ ਹੈਗੀ, ਜੀ। ਫੋਨ ਦੇ ਉੱਤੇ ਦੁਨੀਆ ਭਰ ਦੀ ਉਹਨਾਂ ਨੂੰ ਪਤਾ ਲੱਗ ਰਿਹਾ। ਹਾਂ। ਲੇਕਿਨ ਜਦੋਂ ਤੁਹਾਡੇ ਸਾਹਮਣੇ ਸਾਕਸ਼ਾਤ ਉਹ ਤੁਹਾਡੇ ਹੀਰੋ, ਹਾਂ, ਉਹ ਤੁਹਾਡੇ ਸਟਾਰ ਖੜੇ ਉਹ ਹੁੰਦੇ ਆ, ਦੇਖੋ, ਲਾਈਵ ਤੁਹਾਨੂੰ ਸਪੋਰਟ ਜੀ। ਕਰਦੇ ਆ, ਉਹਨਾਂ ਨੂੰ ਲੱਗਦਾ, ਉਦੋਂ ਸਭ ਨੂੰ ਲੱਗਣ ਲੱਗਦਾ ਕਿ ਅਸੀਂ ਠੀਕ ਜਗ੍ਹਾ ਤੇ ਬੈਠੇ ਸਹੀ ਆ, ਗੱਲ। ਸਾਡੇ ਪਿੱਛੇ ਆਏ ਆ।
ਹਾਲਾਂਕਿ ਕਈ ਵਾਰੀ ਸਾਡਾ ਵੀ ਮਨ ਕਰਦਾ ਹੈ, ਲੇਕਿਨ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਜੰਗ ਦਾ ਮੈਦਾਨ, ਕਿਉਂਕਿ ਸਾਡੇ ਲਈ ਜੰਗ ਦਾ ਮੈਦਾਨ ਸਾਡੇ ਇਹ ਏਰੀਆਜ਼ ਨੇ, ਅਸੀਂ ਇਹਨਾਂ ਨੂੰ ਛੱਡ ਕੇ ਆਪਣੇ ਕਾਰਜ ਖੇਤਰ ਨੂੰ ਛੱਡ ਕੇ ਬਾਹਰ ਜਾ ਕੇ ਜਦੋਂ ਗੱਲ ਕਰਾਂਗੇ, ਬਹੁਤ ਸਾਰੇ ਸਾਡੇ ਵੀਰ ਲੱਗੇ ਹੋਏ ਆ, ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ। ਸੋ ਹਰੇਕ ਆਪਣੇ ਢੰਗ ਨਾਲ ਇਸ ਲੜਾਈ ਨੂੰ ਲੜ ਰਿਹਾ। ਲੇਕਿਨ ਜਦੋਂ ਮੈਂ ਦੇਖਦਾ ਹੈ ਕਿ ਜਸਟਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ, ਜਿਹੜੇ ਅਕਸਰ ਮਾਨਵੀ ਹੱਕਾਂ ਲਈ ਖਲੋਂਦੇ ਆ, ਇਸ ਵਾਰੀ ਵੀ ਉਹਨਾਂ ਨੇ ਗੁਰਪੁਰਬ ਤੇ ਕੈਨੇਡੀਅਨ ਨਾਗਰਿਕਾਂ ਨੂੰ ਵਧਾਈ ਵੀ ਦਿੱਤੀ, ਸਿੱਖ ਧਰਮ ਨੂੰ ਸੰਬੋਧਿਤ ਵੀ ਹੋਏ, ਔਰ ਪੰਜਾਬੀਆਂ ਨੂੰ ਖਾਸ ਤੌਰ ਤੇ ਉਹਨਾਂ ਨੇ ਕਿਹਾ ਕਿ ਭਾਰਤ ਵੱਲੋਂ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਉਹ ਚਿੰਤਤ ਨੇ। ਉਹਨਾਂ ਨੇ ਕਿਹਾ ਕਿ ਉਹ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਕੈਨੇਡਾ ਹਮੇਸ਼ਾ ਇਕਜੁੱਟ ਹੈ ਤੇ ਖੜੋਤਾ ਰਹੇਗਾ, ਔਰ ਉਹ ਸ਼ਾਂਤਮਈ ਗੱਲਬਾਤ ਦੀ ਪ੍ਰਕਿਰਿਆ 'ਚ ਵਿਸ਼ਵਾਸ ਕਰਦੇ ਹਨ ਤੇ ਉਮੀਦ ਕਰਦੇ ਹਨ ਕਿ ਭਾਰਤ ਸਰਕਾਰ ਇਸ ਦਾ ਹੱਲ ਕਰੇਗੀ। ਲੇਕਿਨ ਜਦੋਂ ਇਹਦਾ ਜਵਾਬ ਸਾਡੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਦਿੰਦੇ ਆ, ਤੇ ਉਹ ਕਹਿੰਦੇ ਆ ਕਿ ਇਹਨਾਂ ਨੂੰ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਦਾ ਕੋਈ ਹੱਕ ਨਹੀਂ, ਇਹਨਾਂ ਨੂੰ ਕੋਈ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਮੰਨ ਲੈਣੀ ਚਾਹੀਦੀ। ਉਹ ਕਹਿੰਦੇ ਆ ਕਿ ਇਹ ਜਿਹੜੀ ਕੈਨੇਡੀਅਨ ਨੇਤਾਵਾਂ ਦੀ ਕਿਸਾਨਾਂ ਬਾਰੇ ਟਿੱਪਣੀਆਂ ਨੇ, ਇਹ ਗਲਤ ਜਾਣਕਾਰੀ ਤੇ ਆਧਾਰਿਤ ਆ, ਇਹ ਟਿੱਪਣੀਆਂ ਬੇਵਜ੍ਹਾ ਤੇ ਬੇਕਾਰ ਨੇ, ਤੇ ਨਾਲ ਹੀ ਤਾਕੀਦ ਕਰਦੇ ਆ ਕਿ ਰਾਜਨੀਤਿਕ ਉਦੇਸ਼ਾਂ ਲਈ ਕੂਟਨੀਤਿਕ ਪੱਧਰੀ ਗੱਲਬਾਤ ਦੀ ਗਲਤ ਜਾਣਕਾਰੀ ਨਹੀਂ ਦਿੱਤੀ ਜਾਣੀ ਚਾਹੀਦੀ। ਮੇਰਾ ਮਤਲਬ ਹੈ ਕਿ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਆਪਣੇ ਦੇਸ਼ ਦੇ ਨਾਗਰਿਕਾਂ ਲਈ ਖਲੋਣ ਵਾਲੇ ਬਾਹਰਲਿਆਂ ਨੂੰ ਉਹਨਾਂ ਦੀ ਡਿਊਟੀ ਸਮਝਾਓ, ਤੇ ਤੁਹਾਡੇ ਉਹ ਨਾਗਰਿਕ ਜਿਨ੍ਹਾਂ ਦੇ ਆਪਣੇ ਬੱਚੇ ਜਿਹੜੇ ਨੇ ਉਹਨਾਂ ਮੁਲਕਾਂ 'ਚ ਬੈਠੇ ਹੋਏ ਨੇ ਜਾ ਕੇ, ਜੀ ਤੁਹਾਡੇ ਮੁਲਕ ਦੀ ਜ਼ਮੀਨ ਵੇਚ ਕੇ ਤੁਹਾਡੇ ਮੁਲਕ 'ਚ ਜ਼ਮੀਨ ਵੇਚੀ ਉਹਨਾਂ ਬਜ਼ੁਰਗਾਂ ਨੇ, ਤੇ ਆਪਣੇ ਬੱਚਿਆਂ ਨੂੰ ਉੱਥੇ ਭੇਜਿਆ। ਉਹ ਬੱਚੇ ਜਦੋਂ ਆਪਣੇ ਬਾਪ ਦੀ ਚਿੰਤਾ ਕਰ ਰਹੇ ਨੇ ਕਿ ਬੱਚਾ ਉੱਥੇ ਕੰਮ ਕਰ ਰਿਹਾ ਪਿਓ ਦੇ ਪੈਸਿਆਂ ਦੇ ਉੱਤੇ, ਪਿਓ ਦੀ ਆਮਦਨ ਦੇ ਉੱਤੇ, ਔਰ ਪਿਓ ਜਦੋਂ ਧਰਨੇ ਤੇ ਬੈਠਾ ਆ, ਤੇ ਜੇ ਬੱਚੇ ਨੂੰ ਫਿਕਰ ਨਹੀਂ ਹੈ, ਤੇ ਜੇ ਉਸ ਬੱਚੇ ਦੀ ਭਾਵਨਾਵਾਂ ਦੇ ਨਾਲ ਉੱਥੋਂ ਦਾ ਪ੍ਰਧਾਨ ਮੰਤਰੀ ਖਲੋ ਰਿਹਾ, ਤੇ ਫਿਰ ਸੋਚਣਾ ਤੇ ਇਹ ਚਾਹੀਦਾ ਸੀ ਕਿ ਜੇ ਉਹ 7 ਬਗਾਨੇ ਦੇ ਬੱਚੇ ਬਾਰੇ ਸੋਚ ਰਹੇ ਆ, ਭਾਵਨਾ ਦੀ ਕਦਰ ਕਰ ਰਹੇ, ਤੇ ਸਾਨੂੰ ਵੀ ਕਰਨੀ ਚਾਹੀਦੀ। ਕਈ ਵਾਰੀ ਸਰਦਾਰ ਸਾਹਿਬ ਸਾਡੇ ਤਾਂ ਪੰਜਾਬੀਆਂ ਦਾ ਆਮ ਹੀ ਇਹ ਕਹਿਣਾ ਘੁਮਾਉਣਾ ਹੁੰਦਾ ਕਿ ਸੱਤਾ ਸਿਰ ਨੂੰ ਚੜ ਗਈ, ਫਲਾਣੇ ਦੇ ਸਿਰ ਨੂੰ ਕਾਮਯਾਬੀ ਚੜ ਗਈ ਜੀ। ਉਹ ਜਦੋਂ ਇਦਾਂ ਹੁੰਦਾ ਤੇ ਫਿਰ ਉਹ ਜਿਹੜੇ ਕੰਧ ਤੇ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਹੁੰਦਾ ਨਾ ਕਿ ਅੱਗੇ ਖਤਰਾ, ਉਹ ਵੀ ਨਹੀਂ ਸਮਝਦੇ। ਜਦੋਂ ਉਹ ਗੱਲ ਕਹਿੰਦੇ ਹੁੰਦੇ ਸਹੇ ਦੀ ਨਹੀਂ ਪਏ ਦੀ ਹੈ। ਹਾਂ, ਗੱਲ ਇਹ ਨਹੀਂ ਵੀ ਸਿਆ ਲੰਘ ਗਿਆ, ਗੱਲ ਇਹ ਹੈ ਕਿ ਉਹ ਜਿਹੜਾ ਪਿਆ ਬਣਨਾ ਹੈ, ਉਹ ਬਹੁਤ ਸਾਰੇ ਲੋਕਾਂ ਨੇ ਉੱਥੋਂ ਦੀ ਟਰੈਵਲ ਕਰਨਾ ਹੈ। ਹੁਣ ਸਵਾਲ ਇਹ ਆ ਕਿ ਅਜੇਤੂ ਰੱਥ ਤੇ ਸਵਾਰ ਨਰਿੰਦਰ ਮੋਦੀ ਔਰ ਉਹਨਾਂ ਦੀ ਟੀਮ ਜਦੋਂ ਇਸ ਵਾਰੀ ਘਿਰ ਗਈ ਆ, ਹੋਰ ਨੁਕਸਾਨ ਕਰਾਉਣ ਦੀ ਬਜਾਏ ਤੁਰੰਤ ਪ੍ਰਭਾਵ ਨਾਲ ਨੈਗੋਸੀਏਸ਼ਨ ਨਹੀਂ ਸੀ ਹੋਣੀ ਚਾਹੀਦੀ, ਮੁਹੱਬਤ ਹੋਣੀ ਚਾਹੀਦੀ ਸੀ। ਇੰਨੀ ਦੂਰ ਗਏ ਔਰ ਜਬਤ 'ਚ ਰਹਿ ਰਹੇ ਜਜ਼ਬੇ ਵਾਲੇ ਲੋਕਾਂ ਨੂੰ ਗਲਵਕੜੀ ਪਾਉਣੀ ਚਾਹੀਦੀ ਸੀ। ਔਰ ਬੀਜੇਪੀ ਨੇ ਜੇ ਇਸ ਉੱਤਰੀ ਭਾਰਤ ਦੇ ਖਿੱਤੇ 'ਚ ਆਪਣੀਆਂ ਜੜ੍ਹਾਂ ਬਰਕਰਾਰ ਰੱਖਣੀਆਂ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਤੁਰੰਤ ਇਸ ਮਸਲੇ ਨੂੰ ਬਿਨਾਂ ਦੇਰ ਕੀਤਿਆਂ ਹੱਲ ਕਰਨ। ਮੀਟਿੰਗਾਂ 'ਚ ਉਲਝਾਉਣ ਦੀ ਬਜਾਏ, ਆਪਣੀ ਧੌਣ ਜਿਹੜੀ ਆ ਉਹਨੂੰ ਕੜਾ ਕੇ ਰੱਖਣ ਦੀ ਬਜਾਏ, ਆਪਣਿਆਂ ਵੱਲੋਂ ਜਿਹੜਾ ਇੱਕ ਰਿਕਵੈਸਟ ਹੀ, ਇੱਕ ਅੰਦੋਲਨ ਸਰਕਾਰਾਂ ਲਈ ਇੱਕ ਬੇਨਤੀ ਹੁੰਦਾ ਹੈ ਵੀ ਸਾਡੀ ਸੁਣ ਲਓ, ਜੇ ਉਹ ਇੰਜ ਨਹੀਂ ਕਰਦੇ, ਮੇਰਾ ਖਿਆਲ ਹੈ ਕਿ ਇਤਿਹਾਸਕ ਗਲਤੀ ਕਰਨਗੇ। ਇਹ ਅੱਗ ਦੂਜੇ ਸੂਬਿਆਂ 'ਚ ਅੰਦੋਲਨ ਵਾਲੀ ਫੈਲੂਗੀ, ਹਰ ਛੋਟੇ ਮਸਲੇ ਤੇ ਅੰਦੋਲਨ ਵੱਡੇ ਹੋਣਗੇ। ਹਰਿਆਣੇ ਦੀ ਮਿਸਾਲ ਤੁਹਾਡੇ ਸਾਹਮਣੇ ਆ ਰਹੀ ਹੈ ਜੀ। ਜੋ ਬਗਾਵਤ ਪੰਜਾਬ ਭਾਜਪਾ ਦੇ ਵਿੱਚ ਹੋਈ, ਉਹੀ ਹਰਿਆਣੇ 'ਚ ਵਾਪਰ ਰਿਹਾ ਜੀ, ਤੇ ਬਾਕੀ ਸੂਬੇ ਕਿਹੜਾ ਫਿਰ ਰਹਿਣਗੇ ਇਸ ਤਰ੍ਹਾਂ? ਜਦੋਂ ਇਹ ਗਾਂ ਤੋਂ ਗਾਂ ਹੀ ਤੁਰੇ ਗਈ ਨਾ, ਫਿਰ ਜੰਗਲ ਦੀ ਅੱਗ ਵੱਧ ਰਹੀ ਹੈ, ਘਟ ਨਹੀਂ ਰਹੀ। ਅਸੀਂ ਸਾਰੇ ਬੜੀ ਨੀਝ ਲਾ ਕੇ ਤੱਕ ਰਹੇ ਹਾਂ ਕੇਂਦਰ ਔਰ ਕਿਸਾਨਾਂ 'ਚ ਹੋ ਰਹੀ ਗੱਲਬਾਤ ਖਤਮ ਹੋਣ ਤੋਂ ਬਾਅਦ ਨਤੀਜੇ ਕੀ ਹੁੰਦੇ ਆ, ਇਸ ਉਮੀਦ ਨਾਲ ਕਿ ਕੁਝ ਸਕਾਰਾਤਮਕਤਾ ਸੁਣਨ ਨੂੰ ਮਿਲੇਗੀ। ਅਗਲਾ ਮਰਹਲਾ ਬੜਾ ਸਵਾਦਲਾ ਹੋਵੇਗਾ, ਘਰਾਂ ਤੋਂ ਦੂਰ ਬੈਠੇ ਲੋਕਾਂ ਨੂੰ ਵਾਪਸ ਘਰ ਦੀ ਰੋਟੀ ਨਸੀਬ ਹੋਏਗੀ। ਇਹ ਹਾਲਾਂਕਿ ਉੱਥੇ ਤਾਂ ਢੋਲੇ ਮਾਈਏ ਦੀ ਲਾ ਰਹੇ ਆ, ਜਿੱਦਾਂ ਸਾਡੇ ਲੰਗਰਾਂ ਦੇ ਵਿੱਚ, ਜਿੱਦਾਂ ਸਾਡੇ ਨਗਰ ਕੀਰਤਨਾਂ ਦੇ ਵਿੱਚ, ਜਿੱਦਾਂ ਸਾਡੇ ਮੇਲਿਆਂ ਦੇ ਵਿੱਚ ਹੁੰਦਾ ਹੈ। ਮੈਂ ਤੇ ਉੱਥੋਂ ਦਾ ਮਾਹੌਲ ਦੇਖ ਰਿਹਾ, ਔਰ ਸਰਦਾਰ ਸਾਹਿਬ ਹੈਰਾਨੀ ਇਸ ਗੱਲ ਦੀ, ਅਸੀਂ ਇਹਨੂੰ ਸਮਾਪਤ ਕਰਨਾ ਹੈ, ਹੈਰਾਨੀ ਇਸ ਗੱਲ ਦੀ ਹੈ ਕਿ ਉਹਨਾਂ ਦੇ ਨਜ਼ਾਰੇ ਵੇਖ ਕੇ ਨਾ, ਜਿਹੜੇ ਉੱਥੇ ਲੰਗਰ ਲਾ ਕੇ ਬੈਠੇ ਆ ਸਾਡੇ ਪਿੰਡਾਂ 'ਚੋਂ ਹੋਰ ਟਰਾਲੀਆਂ ਨਿਕਲਣ ਲੱਗੀਆਂ। ਹੁਣ ਹਰ ਰੋਜ਼ ਤੁਹਾਨੂੰ ਸੜਕਾਂ ਤੇ ਪੰਜਾਬ 'ਚੋਂ ਟਰਾਲੀਆਂ ਤੁਰੀਆਂ ਹੀ ਜਾਂਦੀਆਂ ਦਿਸ ਜਾਂਦੀਆਂ। ਸੋ ਮੈਨੂੰ ਲੱਗਦਾ ਹੈ ਕਿ ਇਹ ਭਾਰਤ ਦੀ ਸਰਕਾਰ ਨੂੰ ਵੱਡਾ ਦਿਲ ਦਿਖਾ ਕੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਖੁਸ਼ੀਆਂ ਖੇੜਿਆਂ ਨਾਲ ਕਿ ਜਿਹੜੇ ਸਮੁੱਚੇ ਦੇਸ਼ ਦੇ ਕਿਸਾਨ ਨੇ, ਸਮੁੱਚੇ ਦੇਸ਼ ਦੇ ਕਿਸਾਨ ਨੇ
ਕਿਉਂਕਿ ਉੱਥੇ ਪੰਜਾਬ ਦੇ ਵੀ ਦੂਸਰੇ ਰਾਜਾਂ ਦਾ ਵੀ ਓਨਰਸ਼ਿਪ, ਸਮੁੱਚੇ ਦੇਸ਼ ਦੇ ਕਿਸਾਨਾਂ ਦਾ ਜਿਹੜਾ ਹੱਕ ਆ ਉਹਨੂੰ ਦੇ ਦੇਣਾ ਚਾਹੀਦਾ। ਸਰਦਾਰ ਜੀ, ਹਰਿਆਣਾ ਤੇ ਜਿਹੜੀਆਂ ਨਾਲ ਲੱਗਦੀਆਂ ਸਟੇਟਾਂ ਦੇ ਲੋਕ ਆ, ਜਦੋਂ ਉੱਥੇ ਮੇਲੇ ਵਰਗਾ ਮਾਹੌਲ ਵੇਖਣਗੇ, ਰੋਜ਼ ਹਜ਼ਾਰਾਂ 'ਚ ਜਾਣਗੇ, ਸ਼ਾਮ ਨੂੰ ਭਾਵੇਂ ਘਰ ਮੁੜ ਆਉਣ, ਲੇਕਿਨ ਇਹ ਗਿਣਤੀ ਵਧਣੀ ਆ। ਸਰਕਾਰ ਨੂੰ ਕੰਨ ਤੇ ਲਿਖਿਆ ਪੜ੍ਹਨਾ ਚਾਹੀਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।